ਤਨ ਤਨ ਸ਼ਬਦ ਵਿਗਾਸਿਆ, ਜਪ ਅਨੰਦ ਤਰੰਗਾ, ਮਿਲ ਸੰਤ ਜਨਾ ਹਰ ਪਾਇਆ, ਨਾਨਕ ਸਤ ਸੰਗਾ। ਸ੍ਰੀ ਆਸਾ ਦੀ ਵਾਰ ਵਿੱਚ ਪਹਿਲੀ ਪੌੜੀ ਅੰਦਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਅਤਿਅੰਤ ਪ੍ਰਭਾਵਸ਼ਾਲੀ ਅਤੇ ਸੰਖੇਪ ਸਰੂਪ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਸ੍ਰਿਸ਼ਟੀ ਨੂੰ ਰਚਨਾ ਅਤੇ ਗੁਰੂ ਦੀ ਬਖਸ਼ਿਸ਼ ਕਲਾ ਦੀ ਸਮਰੱਥਤਾ ਤੇ ਮਨੁੱਖ ਦੇ ਜੀਵਨ ਦੇ ਸੁਭਾਅ ਵਿੱਚ ਛਿਨ ਭਰ ਵਿੱਚ ਪਲਟਾ ਆਉਣ ਦੀ ਪੋਸੀਬਿਲਿਟੀ ਨੂੰ ਇਸ ਤਰੀਕੇ ਨਾਲ ਸਮਝਾਇਆ ਕਿ ਸੁਣਨ ਵਾਲੇ ਦੇ ਅੰਦਰ ਸੁਣਦਿਆਂ ਹੀ ਵਾਹਿਗੁਰੂ ਪਰਮੇਸ਼ਰ ਦਾ ਪਿਆਰ ਜਾਗ ਜਾਵੇ ਅਤੇ ਗੁਰੂ ਨੂੰ ਧਾਰਨ ਕਰਨ ਦੀ ਅੰਦਰ ਇੱਕ ਭੁੱਖ ਬਣ ਜਾਵੇ ਤੇ ਗੁਰੂ ਨੂੰ ਧਾਰਨ ਕਰਕੇ ਫਿਰ ਗੁਰੂ ਵਾਲਾ ਬਣ ਕੇ ਗੁਰੂ ਦਾ ਗਿਆਨ, ਗੁਰੂ ਦੇ ਬਚਨਾਂ ਵਿੱਚੋਂ ਹੁਕਮ ਮੰਨ ਕੇ ਪ੍ਰਾਪਤ ਕਰੇ। ਦੂਸਰੀ ਪੌੜੀ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਇਸ ਸ੍ਰਿਸ਼ਟੀ ਨੂੰ ਚਲਾਉਣ ਦਾ ਜੋ ਸਿਸਟਮ ਹੈ, ਜਿਸ ਨੂੰ ਜਪਜੀ ਸਾਹਿਬ ਵਿੱਚ ਹੁਕਮ ਕਿਹਾ ਤੇ ਜਿਸ ਨੂੰ ਧਰਮ ਦੀ ਦੁਨੀਆ ਵਿੱਚ ਧਰਮ ਰਾਜਾ ਕਿਹਾ, ਉਸ ਦੀ ਬੜੀ ਸੰਖੇਪ ਤੇ ਪ੍ਰਭਾਵਸ਼ਾਲੀ ਵਿਆਖਿਆ ਕਰਦਿਆਂ ਸਾਡੇ ਅੰਦਰ ਇੱਕ ਨਵੀਂ ਰੌਂ ਪੈਦਾ ਕੀਤੀ, ਜਿਹਦੇ ਨਾਲ ਵਾਹਿਗੁਰੂ ਪਰਮੇਸ਼ਰ ਦਾ ਇੱਕ ਭੈ ਪੈਦਾ ਹੁੰਦਾ ਹੈ। ਇਸ ਨਿਰਮਲ ਭੈ ਅਤੇ ਪਵਿੱਤਰ ਪ੍ਰੇਮ ਦੀ ਭੈ ਭਾਵਨੀ ਵਾਲਾ ਜੀਵਨ ਉਸ ਦੀ ਸ੍ਰਿਸ਼ਟੀ ਵਿੱਚ ਜੀਵਨ ਜਿਉਂਦਿਆਂ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਦੀ ਅਵਸਥਾ ਵਿੱਚ, ਜਿੱਥੇ ਜ਼ਿੰਦਗੀ ਦੇ ਜ਼ਿੰਮੇਵਾਰੀਆਂ ਨਿਭਾਉਣ ਦੇ ਕਾਰਜ ਕਰਦਾ ਹੈ, ਉੱਥੇ ਵਾਹਿਗੁਰੂ ਦੇ ਭੈ ਵਿੱਚ ਸੱਚ ਦੇ ਨਾਲ ਸੁਰਤ ਜੋੜ ਕੇ ਰੱਖਦਾ ਹੈ। ਉਹ ਤਾਂ ਹੋ ਸਕਦੀ ਹੈ ਜੇ ਉਸ ਦੀ ਬਣਾਈ ਹੋਈ ਸ੍ਰਿਸ਼ਟੀ ਨੂੰ ਦੇਖ ਕੇ ਅੰਦਰ ਜੋ ਮਨੁੱਖ ਦੇ ਫੀਲਿੰਗ ਹੈ ਉਹ ਇੱਕ ਅਦਭੁਤ, ਇੱਕ ਅਚਰਜ ਐਸੀ ਅਵਸਥਾ ਵਾਲੀ ਹੋਵੇ ਕਿ ਵਾਹਿਗੁਰੂ ਦੇ ਹਰ ਕੌਤਕ ਨੂੰ ਦੇਖਦਿਆਂ ਅੰਦਰ ਇੱਕ ਝਰਨਾਹਟ ਛਿੜਦੀ ਹੋਵੇ, ਅੰਦਰ ਇੱਕ ਅਗੰਮੀ ਰੌਂ ਪੈਦਾ ਹੁੰਦੀ ਹੋਵੇ। ਉਸ ਦੀ ਯਾਦ ਵਿੱਚ ਆਪ ਮੁਹਾਰੇ ਹਿਰਦੇ ਵਿੱਚੋਂ ਵਾਹਿਗੁਰੂ 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 ਦੀ ਇੱਕ ਤਰੰਗ ਪੈਦਾ ਹੁੰਦੀ ਹੋਵੇ ਔਰ ਰੋਮ ਰੋਮ ਵਿੱਚੋਂ ਟਪਕਦੀ ਹੋਵੇ, ਜਿਸ ਨੂੰ ਕਿਹਾ ਗੁਰਮੁਖ ਰੋਮ ਰੋਮ ਹਰ ਧਿਆਵੈ। ਇਸ ਸ਼ਲੋਕ ਅੰਦਰ ਉਸ ਨੂੰ ਵਿਸਮਾਦ ਕਿਹਾ। ਆਓ ਪਹਿਲਾਂ ਸ਼ਲੋਕ ਸਰਵਣ ਕਰੀਏ, ਫਿਰ ਇਸ ਸ਼ਲੋਕ ਦੀ ਵਿਚਾਰ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੀ ਹਿਰਦੇ ਦੇ ਵਿੱਚੋਂ ਨੇੜਤਾ ਪ੍ਰਾਪਤ ਕਰਾਂਗੇ। ਸ਼ਲੋਕ ਮਹਲਾ ਪਹਿਲਾ। ਵਿਸਮਾਦ ਨਾਦ ਵਿਸਮਾਦ ਵੇਦ, ਵਿਸਮਾਦ ਜੀ ਵਿਸਮਾਦ ਭੇਦ, ਵਿਸਮਾਦ ਰੂਪ ਵਿਸਮਾਦ ਰੰਗ, ਵਿਸਮਾਦ ਨਾਗੇ ਫਿਰੈ ਜੰਤ, ਵਿਸਮਾਦ ਪੌਣ ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵਿਡਾਣੀ, ਵਿਸਮਾਦ ਧਰਤੀ ਵਿਸਮਾਦ ਖਾਣੀ, ਵਿਸਮਾਦ ਸਾਧ ਲਗੈ ਪਰਾਣੀ, ਵਿਸਮਾਦ ਸੰਜੋਗ ਵਿਸਮਾਦ ਵਿਜੋਗ, ਵਿਸਮਾਦ ਭੁਖ ਵਿਸਮਾਦ ਭੋਗ, ਵਿਸਮਾਦ ਸਿਫਤ ਵਿਸਮਾਦ ਸਲਾਹਾ, ਵਿਸਮਾਦ ਉਜੜ ਵਿਸਮਾਦ ਰਾਹ, ਵਿਸਮਾਦ ਨੇੜੇ
ਵਿਸਮਾਦ ਦੂਰ ਵਿਸਮਾਦ ਦੇਖੈ ਹਾਜ਼ਰਾ ਹਜੂਰ ਵੇਖ ਵਡਾਣ ਰਿਆ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ। ਇਸ ਸ਼ਲੋਕ ਦਾ ਕੀਰਤਨ ਸਰਵਣ ਕਰਦਿਆਂ ਅੰਦਰ ਪਵਿੱਤਰ ਸ਼ਬਦ ਦੀ ਵਿਚਾਰ ਨੇ ਇੱਕ ਅਹਿਸਾਸ ਕਰਵਾਇਆ ਹੈ। ਜੋ ਮਨੁੱਖ ਦੇ ਅੰਦਰ ਫੀਲਿੰਗ ਹੈ, ਸ੍ਰਿਸ਼ਟੀ ਦੀ ਸਮਝ ਉਸ ਦੀ ਫੀਲਿੰਗ ਦਾ ਪ੍ਰਤੀਬਿੰਬ ਹੈ। ਉਦਾਹਰਨ ਦੇ ਤੌਰ ਤੇ ਇੱਕ ਗੁਲਾਬ ਦੇ ਫੁੱਲ ਨੂੰ ਬੱਕਰੀ ਇੱਕ ਖੁਰਾਕ ਸਮਝ ਰਹੀ ਹੈ, ਭੰਵਰਾ ਇੱਕ ਸੁਗੰਧੀ ਦਾ ਸੋਮਾ ਸਮਝ ਰਿਹਾ ਹੈ, ਸੂਰ ਉਸ ਨੂੰ ਇੱਕ ਫਜ਼ੂਲ ਸਮਝ ਰਿਹਾ ਹੈ। ਇਹਨਾਂ ਦੇ ਅੰਦਰਲੀ ਫੀਲਿੰਗ ਉਸ ਦੇ ਨਾਲ ਸੰਬੰਧ ਜੋੜ ਰਹੀ ਹੈ। ਇਹ ਸ਼ਲੋਕ ਵੀ ਸਾਨੂੰ ਗਿਆਨ ਕਰਵਾ ਰਿਹਾ ਹੈ ਕਿ ਜਦੋਂ ਗੁਰੂ ਦੇ ਗਿਆਨ ਰਾਹੀਂ ਵਾਹਿਗੁਰੂ ਪਰਮੇਸ਼ਰ ਦੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਤੋਂ ਇਤਨਾ ਪ੍ਰਭਾਵਿਤ ਹੋ ਜਾਵੇ ਕਿ ਅੰਦਰ ਇੱਕ ਅਗੰਮੀ ਵਿਸਮਾਦ ਦੀ ਝਰਨਾਹਟ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਭਿੱਜਿਆ ਹੋਇਆ, ਨਾਮ ਵਿੱਚ ਰੰਗਿਆ ਹੋਇਆ ਜੀਵਨ ਬਣ ਜਾਵੇ। ਫਿਰ ਉਸ ਨੂੰ ਬਾਹਰ ਸ੍ਰਿਸ਼ਟੀ ਦਾ ਕੋਣਾ ਕੋਣਾ ਵੀ ਉਹਦੇ ਅੰਦਰ ਵਿਸਮਾਦਤਾ ਪੈਦਾ ਕਰਨ ਲੱਗ ਜਾਂਦਾ ਹੈ। ਗੁਰਬਾਣੀ ਦੀਆਂ ਪੰਕਤੀਆਂ ਇਹ ਵੀ ਦੱਸਦੀਆਂ ਨੇ ਕਿ ਜਦੋਂ ਵਾਹਿਗੁਰੂ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਸਮਝਣ ਦੀ ਅਵਸਥਾ ਪ੍ਰਾਪਤ ਹੋਈ ਤੇ ਹਰ ਆਵਾਜ਼ ਵਿੱਚੋਂ ਫਿਰ ਵਾਹਿਗੁਰੂ ਦੀ ਆਵਾਜ਼ ਹੀ ਸੁਣਾਈ ਦੇਣ ਲੱਗ ਜਾਂਦੀ ਹੈ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੈ ਹਉ ਬਿਰਹੋਂ ਜਾਲੀ ਦੇ ਖਿਆਲ ਅੰਦਰ ਇੱਕ ਆਵਾਜ਼ਾਂ ਬਣਨ ਲੱਗ ਜਾਂਦੇ ਹਨ। ਫਿਰ ਤੇ ਹਰ ਹਟ ਭੀ ਤੂੰ ਤੂੰ ਕਰਹਿ, ਬੋਲਾਂ ਭਲੀ ਬਾਣ। ਫਿਰ ਹਰ ਹਟ ਦੀ ਆਵਾਜ਼ ਵੀ ਇੰਜ ਲੱਗਦਾ ਕਿ ਤੂੰ ਤੂੰ ਹੀ ਬੋਲ ਰਹੀ ਹੈ। ਇਸੇ ਪ੍ਰਕਾਰ ਇਸ ਸ਼ਲੋਕ ਅੰਦਰ ਸਤਿਗੁਰੂ ਜੀ ਕਹਿੰਦੇ ਇਸ ਦੁਨੀਆ ਦੀਆਂ ਜਿਤਨੀਆਂ ਆਵਾਜ਼ਾਂ, ਨਾਦ ਤੇ ਧਾਰਮਿਕ ਗ੍ਰੰਥ ਜਾਣੀ ਵੇਦ ਆਦਿਕ ਤੇ ਉਸ ਸ੍ਰਿਸ਼ਟੀ ਦੇ ਪੈਦਾ ਕੀਤੇ ਹੋਏ ਜੀਵ ਤੇ ਇਹਨਾਂ ਜੀਵਾਂ ਦੇ ਜਿਉਣ ਦੇ ਅਣਗਿਣਤ ਕਿਸਮ ਦੇ ਭੇਦ ਤੇ ਹੋਰ ਜਿਤਨੇ ਰੂਪ ਰੰਗ ਆਦਿਕ ਨੇ, ਇਹ ਸਾਰੇ ਹੀ ਮਨੁੱਖ ਦੇ ਅੰਦਰ ਫਿਰ ਇੱਕ ਵਿਸਮਾਦਤਾ ਪੈਦਾ ਕਰਦੇ ਨੇ। ਇਹ ਸ਼ਲੋਕ ਦੀਆਂ 16 ਪੰਕਤੀਆਂ ਨੇ। 16 ਪੰਕਤੀਆਂ ਦੇ ਇਸ ਸ਼ਲੋਕ ਅੰਦਰ 25 ਵਾਰੀ ਵਿਸਮਾਦ ਸ਼ਬਦ ਰਿਪੀਟ ਕੀਤਾ ਗਿਆ। ਵਿਸਮਾਦ ਜੀਵਨ ਦੀ ਅੰਦਰਲੀ ਫੀਲਿੰਗ ਹੈ ਤੇ ਬਾਹਰ ਨਾਦ ਹੈ, ਆਵਾਜ਼ਾਂ ਨੇ, ਵੇਦ ਹੈ, ਜੀਵ ਨੇ, ਜੀਵਾਂ ਦੇ ਜਿਉਣ ਦਾ ਢੰਗ ਹੈ, ਉਹਨਾਂ ਦੇ ਰੂਪ ਨੇ, ਉਹਨਾਂ ਦੇ ਰੰਗ ਨੇ। ਅਗਲੀਆਂ ਪੰਕਤੀਆਂ ਵਿੱਚ ਫਿਰ ਇਹ ਜੋ ਪੌਣ ਹੈ ਹਵਾ ਤੇ ਫਿਰ ਪਾਣੀ ਹੈ, ਫਿਰ ਇਹ ਜਿਹੜੀ ਅਗਨੀ ਖੇਲ ਖੇਡ ਰਹੀ ਹੈ, ਅਚਰਜ ਤਮਾਸ਼ਾ, ਹਰ ਲੱਕੜੀ ਵਿੱਚ ਬੈਠੀ ਹੋਈ, ਹਰ ਬਨਸਪਤੀ ਵਿੱਚ ਬੈਠੀ ਹੋਈ, ਕਿਧਰੇ ਪ੍ਰਗਟ ਹੁੰਦੀ ਸਾੜ ਕੇ ਸਵਾਹ ਕਰ ਦਿੰਦੀ ਹੈ। ਇਹ ਫਿਰ ਸਾਰੇ ਅਚਰਜ ਤਮਾਸ਼ੇ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਹਵਾ ਵੀ ਵਿਸਮਾਦ ਸਰੂਪ ਹੈ, ਭਾਵ ਹਵਾ ਵੀ ਨਾਮ ਰਸੀਏ ਦੇ ਅੰਦਰ ਇਸ ਵਿਸਮਾਦਤਾ ਦੀਆਂ ਤਰੰਗਾਂ ਪੈਦਾ ਕਰ ਦਿੰਦੀ ਹੈ। ਪਾਣੀ, ਅਗਨੀ ਆਦਿਕ, ਇੱਥੋਂ ਤੱਕ ਕਿ ਇਹ ਧਰਤੀ ਤੇ ਇਸ ਧਰਤੀ ਦੇ ਉੱਪਰ 4 ਤਰ੍ਹਾਂ ਦੀਆਂ ਖਾਣੀਆਂ ਜੀਵਾਂ ਦੇ ਪੈਦਾ ਹੋਣ ਦੇ ਉਤਪਤੀ ਦੇ 4 ਤਰ੍ਹਾਂ ਦੇ ਕਾਰਨ ਮੰਨੇ ਨੇ, ਜਿਹਨੂੰ ਅੰਡਜ, ਜੇਰਜ, ਸੇਤਜ, ਉਤਪੁਜ ਕਿਹਾ। ਅੰਡਜ ਅੰਡਿਆਂ ਤੋਂ ਪੈਦਾ ਹੋਣ ਦਾ ਸਿਲਸਿਲਾ, ਜੇਰਜ ਗਰਭ ਤੋਂ ਪੈਦਾ ਹੋਣ ਦਾ ਸਿਸਟਮ, ਉਤਪੁਜ ਬਨਸਪਤੀ ਆਦਿਕ ਦਾ ਜਗਤ, ਸੇਤਜ ਮੈਲ ਤੇ ਪਸੀਨੇ ਤੋਂ ਪੈਦਾ ਹੋਣ ਵਾਲੇ ਜੀਵ, ਜੂਆਂ, ਗੰਡੋਏ ਆਦਿਕ। ਇਹ ਸਾਰੀਆਂ ਖਾਣੀਆਂ ਨੂੰ ਦੇਖ ਕੇ ਵੀ
ਅੰਦਰ ਵਿਸਮਾਦਤਾ ਪੈਦਾ ਹੁੰਦੀ ਹੈ। ਵਿਸਮਾਦ ਸਾਧ ਲੱਗਹਿ ਪ੍ਰਾਣੀ। ਫਿਰ ਜਦੋਂ ਇਨਾਮ ਰਸੀਆ ਦੇਖਦਾ ਹੈ ਕਿ ਮਨੁੱਖ ਪਦਾਰਥਾਂ ਦੇ ਸਵਾਦ ਮਾਣਨ ਵਿੱਚ ਲੱਗੇ ਹੋਏ ਨੇ, ਕਿਧਰੇ ਸੰਜੋਗ ਹੋ ਰਿਹਾ, ਕਿਧਰੇ ਵਿਜੋਗ ਵਿਛੋੜਾ ਹੋ ਰਿਹਾ, ਕਿਧਰੇ ਭੁੱਖਾਂ ਦੇ ਵਿੱਚ ਜੀਵਨ ਭੱਜਿਆ ਫਿਰ ਰਿਹਾ, ਤੇ ਕਿਧਰੇ ਕੁਝ ਪਦਾਰਥਾਂ ਦਾ ਰਸ ਮਾਣਦੇ ਪਏ ਨੇ, ਭੋਗ ਭੋਗਦੇ ਪਏ ਨੇ। ਇਸ ਸਭ ਕੁਝ ਨੂੰ ਦੇਖ ਕੇ ਉਹਦੇ ਅੰਦਰ ਜੋ ਜੀਵਨ ਬਣ ਰਿਹਾ, ਉਹਦੇ ਅੰਦਰ ਜੋ ਰੌਂ ਚੱਲ ਰਹੀ ਹੈ, ਉਸ ਨੂੰ ਕਿਹਾ ਵਿਸਮਾਦ। ਵਾਸਤਵਿਕ ਵਿੱਚ ਮਨੁੱਖ ਨੂੰ ਖੇੜਾ ਹੀ ਵਿਸਮਾਦ ਅਵਸਥਾ ਵਿੱਚੋਂ ਮਿਲਦਾ ਹੈ। ਮਨੁੱਖ ਕੋਈ ਗੇਮ ਦੇਖ ਰਿਹਾ, ਉਸਨੇ ਨਹੀਂ ਸੋਚਿਆ ਕਿ ਪਲੇਅਰ ਇਸ ਤਰ੍ਹਾਂ ਦੇ ਕੌਤਕ ਗੇਮ ਖੇਲਣ ਲੱਗਿਆਂ ਕਰ ਦੇਵੇਗਾ। ਉਹਦੀ ਸੋਚ ਤੋਂ ਪਰੇ ਦਾ ਕੌਤਕ ਪਲੇਅਰ ਨੇ ਦਿਖਾਇਆ। ਇਹ ਅਚਰਜਤਾ ਦੀ ਦੁਨੀਆ ਵਿੱਚ ਪਹੁੰਚਿਆ। ਆਪਣੇ ਆਪ ਮੁਖ ਵਿੱਚੋਂ ਸ਼ਬਦ ਨਿਕਲਿਆ, ਵਾਹ! ਇਹਦੇ ਅੰਦਰ ਵਿਸਮਾਦਤਾ ਪੈਦਾ ਹੋ ਗਈ, ਇਹਨੂੰ ਰਸ ਆ ਗਿਆ, ਇਹਨੂੰ ਆਨੰਦ ਆ ਗਿਆ, ਕੁਝ ਦੇਖ ਕੇ, ਕੁਝ ਸੁਣ ਕੇ। ਇਸੇ ਪ੍ਰਕਾਰ ਨਾਮ ਰਸੀਆ ਸ੍ਰਿਸ਼ਟੀ ਵਿੱਚ ਜੋ ਕੁਝ ਵੀ ਦੇਖਦਾ ਹੈ, ਵਿਸਮਾਦ ਸਿਫਤ, ਵਿਸਮਾਦ ਸਲਾਹ, ਉਹਦੀ ਸਿਫਤ ਹੁੰਦੀ ਦੇਖੀ, ਵਾਹਿਗੁਰੂ ਪਰਮੇਸ਼ਰ ਦੀ ਸ਼ਲਾਘਾ ਹੁੰਦੀ ਦੇਖੀ। ਉਹਦੇ ਅੰਦਰ ਵਿਸਮਾਦਤਾ ਪੈਦਾ ਹੋ ਰਹੀ ਹੈ। ਵਿਸਮਾਦ ਉਜੜ, ਵਿਸਮਾਦ ਰਾਹ। ਕੁਝ ਜੀਵਨ ਦੇ ਉਜਾੜ ਰਸਤਿਆਂ ਤੇ ਤੁਰ ਚੁੱਕੇ ਨੇ, ਪਾਪ ਕਰਮਾਂ ਵਿੱਚ ਗਰਸੇ ਗਏ ਨੇ। ਉਹ ਬੰਦੇ ਦੇ ਨਾਲ ਪਸ਼ੂਆਂ ਵਾਲਾ ਵਿਵਹਾਰ ਕਰ ਰਹੇ ਨੇ, ਖੁਦ ਆਪਣੇ ਜੀਵਨ ਨੂੰ ਪਸ਼ੂਆਂ ਵਰਗਾ ਬਣਾ ਬੈਠੇ ਨੇ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਅੰਦਰ ਬੜੀ ਗਹਿਰੀ ਚੋਟ ਮਾਰੀ ਹੈ। ਸਤਿਗੁਰੂ ਜੀ ਕਹਿੰਦੇ, ਦੇਖਣ ਨੂੰ ਤੇ ਲੱਗ ਰਿਹਾ ਮਨੁੱਖ ਹੈ, ਜਦੋਂ ਇਹਦੇ ਕਰਮ ਸੁਭਾਅ ਸੋਚ ਨੂੰ ਦੇਖਿਆ, ਕਹਿਣਾ ਪਿਆ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ। ਦੇਖਿਆ ਜਾਵੇ ਅੱਜ ਸੰਸਾਰ ਜਿਤਨਾ ਗੰਦਲਾ ਕੀਤਾ ਹੈ, ਉਹ ਮਨੁੱਖ ਨੇ ਗੰਦਲਾ ਕੀਤਾ ਹੈ। ਪਸ਼ੂਆਂ ਦਾ ਜਗਤ ਸੰਸਾਰ ਦੀ ਤਰੱਕੀ ਵਿੱਚ ਉਤਨੀ ਰੁਕਾਵਟ ਨਾ ਬਣ ਸਕਿਆ ਜਿਤਨਾ ਮਨੁੱਖਾ ਜੀਵਨ ਰੁਕਾਵਟ ਬਣਿਆ ਹੋਇਆ। ਆਪਸੀ ਭਾਈਚਾਰਕ ਸਾਂਝ ਕਿਸੇ ਪੰਛੀਆਂ ਨੇ ਨਹੀਂ ਤੋੜੀ, ਮਨੁੱਖ ਨੇ ਤੋੜੀ ਹੈ। ਆਪਸੀ ਪਿਆਰ ਵਿੱਚ ਨਫ਼ਰਤ, ਕੁੜੱਤਨ ਆਦਿਕ ਕਿਸੇ ਬਨਸਪਤੀ ਆਦਿਕ ਜਗਤ ਦੀ, ਪੱਥਰਾਂ ਆਦਿਕ ਦੀ ਦੇਣ ਨਹੀਂ, ਮਨੁੱਖ ਦੀ ਹੀ ਦੇਣ ਹੈ। ਕਿਉਂਕਿ ਉਹ ਜੀਵਨ ਜਿਹੜੇ ਉਜਾੜ ਦੇ ਰਸਤੇ ਤੇ, ਗਲਤ ਰਸਤੇ ਤੇ ਤੁਰ ਪਏ ਹਨ, ਤੇ ਕੁਝ ਉਹ ਨੇ ਜਿਹੜੇ ਸਰਬੱਤ ਦੇ ਭਲੇ ਦੇ ਮਿਸ਼ਨ ਤੇ, ਸੇਵਾ ਦੇ ਮਿਸ਼ਨ ਤੇ, ਪਰਉਪਕਾਰ ਦੇ ਰਾਹ ਤੇ, ਸੱਚ ਦੇ ਰਸਤੇ ਤੇ ਤੁਰੇ ਹਨ, ਜਿਨ੍ਹਾਂ ਦੇ ਅੰਦਰ ਇੱਕ ਪੀੜਾ ਹੈ ਕਿ ਆਪਸੀ ਪਿਆਰ ਹੋਵੇ, ਜਿਨ੍ਹਾਂ ਦੇ ਅੰਦਰ ਇੱਕ ਪੀੜਾ ਹੈ ਸੰਸਾਰ ਸੁੰਦਰ ਬਗੀਚਾ ਬਣੇ, ਜਿਨ੍ਹਾਂ ਦੇ ਅੰਦਰ ਇੱਕ ਇੱਛਾ ਹੈ ਕਿ ਇਹ ਸੁੰਦਰ ਰਮਣੀਕ ਮਾਹੌਲ ਕਿਵੇਂ ਸਿਰਜਿਆ ਜਾਵੇ, ਜੋ ਜ਼ਿੰਦਗੀ ਦੇ ਅਸਲੀ ਰਾਹ ਤੇ ਤੁਰੇ ਨੇ। ਇਸ ਤਰ੍ਹਾਂ ਦੇ ਕੌਤਕ ਦੇਖ ਕੇ ਇੱਕ ਨਾ ਨੋ ਸਭ ਸੋਝੀ ਆਈ, ਇੱਕ ਫਿਰਦੇ ਵੇ ਪ੍ਰਵਾਹ। ਇਹ ਕੁਝ ਦੇਖ ਕੇ ਵੀ ਅੰਦਰ ਵਿਸਮਾਦਤਾ ਪੈਦਾ ਹੁੰਦੀ ਹੈ। ਫਿਰ ਕੁਝ ਉਹ ਜਿਹੜੇ ਕਹਿੰਦੇ ਵਾਹਿਗੁਰੂ ਬਹੁਤ ਨੇੜੇ ਹੈ, ਕੁਝ ਉਹ ਜਿਹੜੇ ਕਹਿੰਦੇ ਰੱਬ ਬਹੁਤ ਦੂਰ ਹੈ। ਇਹ ਵਿਚਾਰਾਂ, ਇਹ ਸੋਚਾਂ ਨੂੰ ਦੇਖ ਕੇ ਵੀ ਵਿਸਮਾਦ ਨੇੜਾ ਹੈ, ਵਿਸਮਾਦ ਦੂਰ। ਤੇ ਕੁਝ ਜਿਹੜੇ ਕਹਿੰਦੇ ਪਿਆਰਿਓ ਤੁਸੀਂ ਨੇੜੇ ਦੀ ਗੱਲ ਕਰਦੇ ਹੋ, ਉਹ ਤੇ ਹਾਜ਼ਰ ਨਾਜ਼ਰ ਹੈ, ਉਹ ਤੇ ਸਦਾ ਅੰਗ ਸੰਗ ਹੈ। ਇਸ ਤਰ੍ਹਾਂ ਦੀਆਂ ਵਿਚਾਰਾਂ ਵੀ ਵਿਸਮਾਦਤਾ ਪੈਦਾ ਕਰਦੀਆਂ ਨੇ। ਵੇਖ ਵਿਡਾਣ ਰਹਿਆ ਵਿਸਮਾਦ, ਨਾਨਕ ਬੁੱਝਣ ਪੂਰਾ ਭਾਗ। ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ, ਪੂਰਬਲੇ ਭਾਗ, ਚੰਗੀ ਕਿਸਮਤ ਜਾਗੀ, ਗੁਰੂ ਦਾ ਗਿਆਨ ਮਿਲਿਆ, ਉਹ ਇਸ ਅਚਰਜ ਜਗਤ ਤਮਾਸ਼ੇ ਨੂੰ ਦੇਖ ਕੇ ਵਿਸਮਾਦਤਾ ਦੀ ਅਵਸਥਾ ਵਿੱਚ, ਸ਼ੁਕਰ ਤੇ ਰਜ਼ਾ ਵਿੱਚ, ਉਸ ਦੀ ਯਾਦ ਵਿੱਚ, ਨਾਮ ਸਿਮਰਨ ਦੇ ਰਸ ਵਿੱਚ ਜੀਵਨ ਬਤੀਤ ਕਰਦੇ ਨੇ। ਉਹਨਾਂ ਦੀਆਂ ਨਜ਼ਰਾਂ ਵਿੱਚ ਇਹ ਸ੍ਰਿਸ਼ਟੀ, ਇਹ ਦੁਨੀਆ, ਇਹ ਸੰਸਾਰ ਕੀ ਹੈ। ਆਓ ਅਗਲਾ ਸ਼ਲੋਕ ਤੇ ਪੌੜੀ ਸਰਵਣ ਕਰੀਏ, ਫਿਰ ਉਸ ਦੀ ਵਿਚਾਰ ਵਿੱਚ ਆਨੰਦ ਮਾਣਾਂਗੇ।
ਮਹਲਾ ਪਹਿਲਾ। ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਭਉ ਸੁਖ ਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਤੇਬਾਂ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ ਬਾਕੀ ਨਾਹੀ ਪਾਕ, ਨਾਨਕ ਹੁਕਮੈ ਅੰਦਰ ਵੇਖੈ, ਵਰਤਤਾ ਕੋ ਤੱਕ ਪੌੜੀਆ ਪੀਤੇ ਭੋਗ ਭੋਗ ਕੈ, ਹੋਏ ਭਸਮੜ ਭਉ ਸਿਧਾਇਆ ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ ਅੱਗੇ ਕਰਨ ਕੀਰਤ ਵਾਚੀਐ, ਐ ਲੇਖਾ ਕਰ ਸਮਝਾਇਆ ਥਾਉ ਨਾ ਹੋਵੀ ਬਹੁਤਈ, ਹੁਣ ਸੁਣੀਐ ਕਿਆ ਰੁਵਾਇਆ, ਮਨ ਅੰਦੇ ਜਨਮ ਗਵਾਇਆ, ਜਨਮ ਗਵਾਇਆ, ਜਨਮ ਗਵਾਇਆ। ਜਦੋਂ ਜੀਵਨ ਅੰਦਰ ਵਿਸਮਾਦਤਾ ਪੈਦਾ ਹੋ ਜਾਵੇ, ਬਾਹਰ ਸ੍ਰਿਸ਼ਟੀ ਵਿੱਚੋਂ ਵਿਸਮਾਦਤਾ ਦੇ ਕੌਤਕ ਦਿਖਾਈ ਦੇਣ ਲੱਗ ਜਾਣ, ਫਿਰ ਮਨੁੱਖ ਦਾ ਇਸ ਸੰਸਾਰ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਜਾਂਦਾ ਹੈ। ਇਸ ਸ਼ਲੋਕ ਅੰਦਰ ਵਾਰ-ਵਾਰ ਜੋ ਸ਼ਬਦ ਰਿਪੀਟ ਕੀਤਾ ਗਿਆ ਉਹ ਹੈ ਕੁਦਰਤ। ਕੁਦਰਤ ਦੇ ਅੱਖਰੀ ਅਰਥ ਨੇ ਵਾਹਿਗੁਰੂ ਪਰਮੇਸ਼ਰ ਦੀ ਕਲਾ, ਪਿਆਰੇ ਵਾਹਿਗੁਰੂ ਜੀ ਦਾ ਅਚਰਜ ਤਮਾਸ਼ਾ। ਫਿਰ ਨਾਮ ਰਸੀਏ ਨੂੰ ਵਾਹਿਗੁਰੂ ਦੇ ਭੈ ਭਾਵਨੀ ਵਾਲੇ ਜੀਵਨ ਨੂੰ ਜੋ ਕੁਝ ਵੀ ਦਿਖਾਈ ਦੇ ਰਿਹਾ ਉਹਦੇ ਅੰਦਰ ਇੱਕ ਅਵਸਥਾ ਬਣ ਜਾਂਦੀ ਹੈ। ਇਹ ਸਭ ਕੁਝ ਵਾਹਿਗੁਰੂ ਪਰਮੇਸ਼ਰ ਦੀ ਕਲਾ ਹੀ ਹੈ। ਕੁਦਰਤ ਦਿਸੈ ਜੋ ਸੁਣਾਈ ਦੇ ਰਿਹਾ, ਇਹ ਸਭ ਕੁਝ ਵਾਹਿਗੁਰੂ ਪਰਮੇਸ਼ਰ ਦੀ ਕਲਾ ਹੀ ਹੈ। ਜਿਤਨੀਆਂ ਆਵਾਜ਼ਾਂ ਨੇ ਉਸ ਦਾ ਅਚਰਜ ਤਮਾਸ਼ਾ, ਉਸ ਦੀ ਸ਼ਕਤੀ ਹੀ ਦਿਖਾਈ ਦਿੰਦੀਆਂ ਨੇ। ਕੁਦਰਤ ਸੁਣੀਐ, ਕੁਦਰਤ ਭਉ ਸੁਖ ਸਾਰ। ਫਿਰ ਰੱਬ ਦਾ ਭੈ, ਵਾਹਿਗੁਰੂ ਪਰਮੇਸ਼ਰ ਦਾ ਭੈ, ਗੁਰੂ ਦਾ ਭੈ, ਜਿਹੜਾ ਸੁੱਖਾਂ ਦਾ ਮੂਲ ਹੈ। ਜੇ ਕੋਈ ਸੁਖੀ ਹੋਣਾ ਚਾਹੁੰਦਾ ਉਹ ਮਿਲੇਗਾ ਕੇਵਲ ਤੇ ਕੇਵਲ ਰੱਬ ਦੇ ਭੈ ਵਿੱਚੋਂ। ਜੇ ਅੱਜ ਸੰਸਾਰ ਰੱਬ ਦੇ ਭੈ ਤੋਂ ਨਿਡਰ ਹੋ ਗਿਆ, ਉਹਦਾ ਨਤੀਜਾ ਬਾਲੀ ਰੋਵੈ ਨਾਹਿ ਪਧਾਰ, ਨਾਨਕ ਦੁਖੀਆ ਸਭ ਸੰਸਾਰ। ਤੇ ਇਹ ਭੈ ਹੀ ਸੁੱਖਾਂ ਦਾ ਮੂਲ ਹੈ। ਫਿਰ ਸਮਝ ਆਉਂਦੀ ਹੈ ਇਹ ਭੈ ਵੀ ਉਸ ਦੀ ਕਲਾ ਹੀ ਹੈ। ਜਿਤਨੇ ਪਾਤਾਲ ਨੇ, ਜਿਤਨੇ ਆਕਾਸ਼ ਨੇ, ਇਸ ਦੁਨੀਆ ਤੇ ਛੋਟੇ ਤੋਂ ਵੱਡੇ ਤੱਕ ਜਿਤਨੇ ਆਕਾਰ ਨੇ, ਕੀੜੀ ਤੋਂ ਲੈ ਕੇ ਹਾਥੀ ਤੱਕ, ਰੇਤ ਦੇ ਜ਼ਰੇ ਤੋਂ ਲੈ ਕੇ ਪਹਾੜ ਤੱਕ, ਸਾਰੇ ਆਕਾਰ ਉਸ ਦੀ ਕਲਾ ਹੈ, ਉਸ ਦੀ ਸ਼ਕਤੀ ਹੈ। ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਬ ਆਕਾਰ। ਫਿਰ ਧਾਰਮਿਕ ਗ੍ਰੰਥ ਕੁਦਰਤ, ਵੇਦ ਪੁਰਾਣ, ਕਤੇਬਾਂ,
ਕੁਦਰਤ ਸਰਬ ਵਿਚਾਰ। ਜਿਤਨੇ ਧਾਰਮਿਕ ਗ੍ਰੰਥ ਨੇ ਉਹਨਾਂ ਧਾਰਮਿਕ ਗ੍ਰੰਥਾਂ ਦੀ ਵਿਚਾਰ ਉਹ ਵਾਹਿਗੁਰੂ ਦੀ ਸ਼ਕਤੀ ਹੀ ਹੈ। ਇੱਥੇ ਧਰਮ ਦੀ ਦੁਨੀਆ ਦਾ ਇੱਕ ਸਿਧਾਂਤ ਸਮਝ ਲੈਣਾ, ਧਰਮ ਕਦੀ ਵੀ ਲੜਨਾ ਨਹੀਂ ਸਿਖਾਉਂਦਾ, ਧਰਮ ਕਦੀ ਵੀ ਨਫ਼ਰਤ ਨਹੀਂ ਪੈਦਾ ਕਰਦਾ। ਜੇ ਨਫ਼ਰਤ ਹੈ ਤੇ ਪਰਿਭਾਸ਼ਾ ਨੂੰ ਸਮਝਣ ਜਾਂ ਸਮਝਾਉਣ ਵਿੱਚ ਹੋ ਸਕਦੀ ਹੈ। ਧਰਮ ਦੀ ਪਰਿਭਾਸ਼ਾ ਸਮਝਾਉਣ ਵਾਲਾ ਜਾਂ ਤੇ ਆਪਣੀ ਸੋਚ ਸੁਭਾਅ ਨੂੰ ਵਿੱਚ ਮਿਕਸ ਕਰ ਗਿਆ, ਜਾਂ ਫਿਰ ਧਰਮ ਨੂੰ ਸਮਝਣ ਵਾਲਾ ਆਪਣੇ ਸੋਚ ਸੁਭਾਅ ਦੇ ਅਨੁਕੂਲ ਸਮਝਣਾ ਚਾਹੁੰਦਾ ਹੈ, ਜਾਂ ਆਪਣੀ ਸੋਚ ਸੁਭਾਅ ਦੇ ਅਨੁਕੂਲ ਸਮਝ ਗਿਆ, ਜਿਹਦੇ ਕਾਰਨ ਅੱਜ ਨਿਊ ਜਨਰੇਸ਼ਨ ਦੇ ਦਿਲ ਔਰ ਦਿਮਾਗ ਤੇ ਸ਼ਾਇਦ ਇਸ ਤਰ੍ਹਾਂ ਦੇ ਕੁਐਸਚਨ ਉਕਰੇ ਜਾ ਰਹੇ ਹੋਣਗੇ। ਉਹਨਾਂ ਨੂੰ ਸ਼ਾਇਦ ਇੰਜ ਲੱਗਦਾ ਹੋਵੇਗਾ ਕਿ ਇਹ ਜਿਤਨੀ ਲੜਾਈ ਹੈ ਸ਼ਾਇਦ ਧਰਮਾਂ ਨੇ ਜਾਂ ਧਾਰਮਿਕ ਗ੍ਰੰਥਾਂ ਨੇ ਜਾਂ ਧਰਮਾਂ ਨੂੰ ਸਮਝਾਉਣ ਵਾਲਿਆਂ ਨੇ ਪਾਈ ਹੈ, ਪਰ ਨਹੀਂ, ਵਾਸਤਵਿਕ ਵਿੱਚ ਇਹ ਸਾਰਾ ਫਾਲਟ ਮਨੁੱਖ ਦੀ ਆਪਣੀ ਸਮਝ ਵਿੱਚ ਹੈ, ਮਨੁੱਖ ਦੀ ਆਪਣੀ ਸੋਚ ਵਿੱਚ ਹੈ। ਜਦੋਂ ਗੁਰਬਾਣੀ ਦਾ ਗਿਆਨ ਹਿਰਦੇ ਤੱਕ ਪਹੁੰਚ ਜਾਵੇ ਫਿਰ ਪਤਾ ਲੱਗਦਾ ਹੈ ਕੁਦਰਤ ਵੇਦ ਪੁਰਾਣ ਕੁਤੇਬਾਂ, ਕੁਦਰਤ ਸਰਬ ਵਿਚਾਰ, ਇਹ ਸਭ ਕੁਛ ਉਸ ਦੀ ਕਲਾ ਹੈ। ਖਾਣਾ ਪੀਣਾ ਪਹਿਨਣਾ ਤੇ ਜੋ ਸਾਰਿਆਂ ਦਾ ਆਪਸ ਵਿੱਚ ਪਿਆਰ ਹੈ ਇਹ ਵੀ ਉਸ ਦੀ ਸ਼ਕਤੀ ਹੈ। ਜਿਤਨੀਆਂ ਜਾਤਾਂ ਨੇ, ਜਿਤਨੀਆਂ ਜਾਤਾਂ ਦੀਆਂ ਜਿਨਸਾਂ ਨੇ, ਭਾਵ ਕੂਕਰ ਇੱਕ ਜਾਤ ਹੈ, ਘੋੜਾ ਇੱਕ ਜਾਤ ਹੈ, ਗਊ ਇੱਕ ਜਾਤ ਹੈ, ਫਿਰ ਉਹਨਾਂ ਦੀਆਂ ਨਸਲਾਂ ਨੇ, ਉਹਨਾਂ ਦੇ ਰੰਗ ਨੇ। ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਇਹ ਸੰਸਾਰ ਦੇ ਜਿਤਨੇ ਜੀਵ ਨੇ ਸਭ ਉਸ ਦੀ ਕਲਾ ਹੀ ਹੈ। ਇਸ ਸੰਸਾਰ ਅੰਦਰ ਨੇਕੀਆਂ ਵੀ ਨੇ, ਕੁਦਰਤ ਨੇਕੀਆਂ, ਕੁਦਰਤ ਬਦੀਆਂ। ਇਹ ਤੇ ਸੰਸਾਰ ਅੰਦਰ ਪਾਪ ਕਰਮ ਵੀ ਨੇ। ਕਦੀ ਵੀ ਐਸਾ ਨਹੀਂ ਹੋ ਸਕਦਾ ਕਿ ਸਾਰੀ ਦੁਨੀਆ ਪਾਪੀ ਹੋਵੇ, ਕਦੀ ਐਸਾ ਵੀ ਨਹੀਂ ਹੋ ਸਕਦਾ ਕਿ ਸਾਰੀ ਦੁਨੀਆ ਪੁੰਨੀ ਹੋਵੇ। ਪਾਪ ਤੇ ਪੁੰਨ, ਪਾਪੀ ਤੇ ਪੁੰਨੀ ਸਦਾ ਜਗਤ ਵਿੱਚ ਰਹਿੰਦੇ ਨੇ। ਇਹ ਉਤਰਾ ਚੜਾ ਗਿਣਤੀ ਦਾ ਵਾਧਾ ਘਾਟਾ ਜ਼ਰੂਰ ਬਣ ਜਾਇਆ ਕਰਦਾ ਹੈ। ਇਹ ਸਭ ਉਸ ਦੀ ਕਲਾ ਹੀ ਹੈ, ਉਹਦੀਆਂ ਸ਼ਕਤੀਆਂ ਹੀ ਹਨ। ਜੇ ਸਤਿਕਾਰ ਹੋ ਰਿਹਾ ਉਹਦੀਆਂ ਸ਼ਕਤੀਆਂ ਨੇ, ਕੋਈ ਹੰਕਾਰ ਵਿੱਚ ਫਿਰ ਰਿਹਾ, ਕੁਦਰਤ ਮਾਨ ਅਭਿਮਾਨ, ਇਹ ਵੀ ਉਹਦੀ ਕਲਾ ਹੀ ਹੈ। ਕੁਦਰਤ ਪਾਉਣ ਪਾਣੀ ਬੈਸੰਤਰ, ਕੈਸੀ ਕਮਾਲ ਦੀ ਅਵਸਥਾ ਮੇਰੇ ਗੁਰੂ ਦੇ ਰਹੇ ਨੇ। ਇਹ ਪਾਣੀ, ਇਹ ਹਵਾ, ਇਹ ਅਗਨੀ, ਇਹ ਧਰਤੀ, ਇਹ ਮਿੱਟੀ, ਸਭ ਉਸ ਦੀ ਸ਼ਕਤੀ ਹੈ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਈ ਪਾਕ। ਹੇ ਵਾਹਿਗੁਰੂ ਜੀ, ਤੇਰੀ ਧਰਤੀ, ਤੇਰੀ ਇਹ ਬਣਾਈ ਹੋਈ ਕੁਦਰਤ, ਇਹ ਸਭ ਤੇਰੀ ਹੀ ਸ਼ਕਤੀ ਹੈ। ਤੇਰੀ ਵਡਿਆਈ ਜਿਹੜੀ ਹੈ, ਨਾਈ ਦੇ ਅਰਥ ਨੇ ਵਡਿਆਈ, ਪਾਕ ਦੇ ਅਰਥ ਨੇ ਪਵਿੱਤਰ। ਤੇਰੀ ਵਡਿਆਈ ਪਵਿੱਤਰ ਹੈ, ਜਿਸ ਨੂੰ ਤੇਰੀ ਵਡਿਆਈ ਕਰਨ ਦੀ ਜਾਂਚ ਆ ਗਈ। ਨਾਨਕ ਹੁਕਮੈ ਅੰਦਰ ਵੇਖੈ, ਵਰਤੈ ਤਾਕੋ ਤਾਕ। ਫਿਰ ਉਸ ਨੂੰ ਪਤਾ ਲੱਗਦਾ ਹੈ ਕਿ ਤੇਰਾ ਹੁਕਮ ਵਾਪਰ ਰਿਹਾ, ਉਹਦੇ ਵਿੱਚ ਤੂੰ ਆਪ ਵਰਤ ਰਿਹਾ। ਇਹ ਹੁਕਮ ਦੀ ਸਮਝ ਆ ਜਾਵੇ। ਪੌੜੀ ਉਚਾਰਨ ਕੀਤੀ ਗਈ ਇੱਕ ਬੜਾ ਵੱਡਾ ਹੁਕਮ ਹੈ ਜਿਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਆਪੀ ਨੇ ਭੋਗ ਭੋਗ ਕਹਿ ਹੋਏ ਭਸਮੜ ਭੌਰ ਸੁਧਾਇਆ। ਵਾਹਿਗੁਰੂ ਆਪ ਜੀਵਾਂ ਵਿੱਚ ਆਪਣੀ ਸ਼ਕਤੀ ਰੱਖ ਕੇ, ਸ਼ਕਤੀ ਬਣ ਕੇ ਅੰਦਰ ਬੈਠ ਕੇ ਭੋਗ ਭੋਗਦਾ ਹੈ। ਸੰਸਾਰਿਕ ਜੀਵਨ ਚੱਲਦਾ ਹੈ ਤੇ ਵੱਡਾ ਹੋਇਆ ਦੁਨੀਆਦਾਰ ਦੁਨੀਆ ਦੇ ਧੰਦਿਆਂ ਵਿੱਚ ਉਲਝਦਾ ਹੋਇਆ ਇੱਕ ਦਿਨ ਵੱਡਾ ਹੋਇਆ ਮਰ ਜਾਂਦਾ ਹੈ। ਭਾਵ ਵੱਡਾ ਹੋਇਆ ਦੇ ਅਰਥ ਨੇ ਮਰ ਗਿਆ। ਜਦੋਂ ਸੰਸਾਰੀ ਜੰਜਾਲਾਂ ਵਿੱਚ ਫਸਿਆ ਹੋਇਆ ਮੌਤ ਆਈ, ਗਲ ਸੰਗਲ ਹੱਥ ਚਲਾਇਆ, ਫਿਰ ਇਸ ਨੂੰ ਕੋਈ ਰੁਕਾਵਟ ਨਹੀਂ ਪਾ ਸਕਦਾ। ਕਿੱਥੋਂ ਆਇਆ ਕਿੱਧਰ ਨੂੰ ਗਿਆ ਕੋਈ ਭੇਦ ਨਹੀਂ ਪਾ ਸਕਦਾ। ਪਰ ਵਾਹਿਗੁਰੂ ਦਾ ਇੱਕ ਨਿਜ਼ਮ ਹੈ, ਅੱਗੇ ਕਰਨੀ ਕੀਰਤ ਵਾਚੀ ਹੈ। ਫਰਮਾਇਸ਼ ਨਹੀਂ, ਅਮਲ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ, ਸੇ ਦਰਗਾਹ ਆਏ ਕੰਮ। ਮਨੁੱਖ ਦੀ ਕਰਨੀ, ਮਨੁੱਖ ਦੀ ਕਿਰਤ, ਮਨੁੱਖ ਦੇ ਕਰਮ, ਇਹਨਾਂ ਦਾ ਲੇਖਾ ਜੋਖਾ ਜਿੱਥੇ ਕੀਤਾ ਜਾਂਦਾ ਬੈ ਲੇਖਾ ਕਰ ਸਮਝਾਇਆ। ਫਿਰ ਜਿਹੜੇ ਮਾੜੇ ਕਰਮ ਨੇ,
ਮੈਲੀ ਸੋਚ ਹੈ ਉਹਦਾ ਫਲ ਭੁਗਤਣਾ ਪੈਂਦਾ। ਥਾਂ ਨਾ ਹੋਵੇ ਪਾਉਂ ਦੀ, ਹੁਣ ਸੁਣੀਐ ਕਿਆ ਰੁਆਇਆ। ਇਤਨੀ ਦੁੱਖਾਂ ਦੀ ਮਾਰ ਪੈਂਦੀ ਹੈ, ਇਤਨੀ ਇਸ ਨੂੰ ਚਿੰਤਾ ਕਲਪਨਾ ਦੀ ਮਾਰ ਪੈਂਦੀ ਹੈ। ਹੁਣ ਰੋਂਦਾ ਰਵੇ ਕੌਣ ਸੁਣੇਗਾ, ਕਿਉਂਕਿ ਜਦੋਂ ਇਸ ਨੂੰ ਮਨੁੱਖਾ ਜਨਮ ਮਿਲਿਆ ਸੀ, ਮਨ ਅੰਧ ਹੈ, ਜਨਮ ਗਵਾਇਆ। ਇਸ ਨੇ ਗੁਰੂ ਧਾਰਨ ਨਹੀਂ ਕੀਤਾ, ਇਸ ਨੇ ਗੁਰੂ ਦੇ ਬਚਨਾਂ ਨੂੰ ਜ਼ਿੰਦਗੀ ਵਿੱਚ ਸਮਝਿਆ ਨਹੀਂ। ਗੁਰੂ ਦੇ ਬਚਨਾਂ ਨੂੰ ਸਮਝ ਕੇ ਗੁਰੂ ਦੇ ਗਿਆਨ ਨੂੰ ਖੁਰਾਕ ਨਹੀਂ ਬਣਾਇਆ ਤੇ ਗੁਰੂ ਦੇ ਗਿਆਨ ਦੀ ਖੁਰਾਕ ਵਿੱਚ ਜੀਵਨ ਬਤੀਤ ਨਹੀਂ ਕੀਤਾ। ਇਸ ਨੂੰ ਜ਼ਿੰਦਗੀ ਦਾ ਅਸਲੀ ਮਕਸਦ ਸਮਝਣਾ ਆਇਆ, ਜਿਸ ਮਕਸਦ ਨੂੰ ਪਵਿੱਤਰ ਗੁਰਬਾਣੀ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਮਨੁੱਖ ਦੀ ਰੂਹ ਦੀ ਖੁਰਾਕ ਕਿਹਾ। ਸਤਿਗੁਰੂ ਕਿਰਪਾ ਕਰਨ, ਆਉਣ ਵਾਲੀ ਜਨਰੇਸ਼ਨ, ਬੱਚਿਆਂ ਦੀ ਪੀੜ੍ਹੀ ਵਿੱਚ ਬਚਪਨ ਤੋਂ ਹੀ ਇੱਕ ਬੀਜ ਬੀਜਿਆ ਜਾਵੇ ਕਿ ਸਭ ਤੋਂ ਪ੍ਰਮੁੱਖ ਹੈ ਗੁਰੂ ਦਾ ਗਿਆਨ, ਗੁਰੂ ਗਿਆਨ ਅਨੁਸਾਰ ਜੀਵਨ ਬਤੀਤ ਕਰਨਾ, ਤਾਂ ਕਿ ਜੀਵਨ ਵੀ ਆਨੰਦਦਾਇਕ ਬਣੇ, ਸਮਾਜ ਵੀ ਸੁੰਦਰ ਬਣੇ ਅਤੇ ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਵਿੱਚ ਪਰੋ ਕੇ ਹੋ ਜਾਈਏ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪਹਿ ਮੇਲੇ। ਫਤਿਹ ਗਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਬੀਬੀ ਲਵਲੀਨ ਕੌਰ ਜੀ ਮੁਲਤਾਨੀ ਅਤੇ ਅਰੁਣ ਜੀ। ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਉਹਨਾਂ ਨੂੰ ਨਾਮਦਾਨ, ਚੜ੍ਹਦੀ ਕਲਾ ਅਤੇ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ। ਸਾਡੇ ਸੁਣਨ ਵਾਲਿਆਂ ਦੀ ਪਾਰਟਿਸਿਪੇਸ਼ਨ ਦਾ ਸਵਾਗਤ ਹੈ। ਸਿੱਖ ਵੈਲਿਊਜ਼ ਨੂੰ ਉਜਾਗਰ ਕਰਨ ਵਾਲੇ ਪ੍ਰੋਗਰਾਮ ਅਸੀਂ ਲਗਾਤਾਰ ਬਣਾਵਾਂਗੇ, ਜਿਵੇਂ ਕਿ ਇੰਟਰਵਿਊਜ਼ ਵਿਦ ਪ੍ਰੋਮੀਨੈਂਟ ਸਿੱਖ ਪਰਸਨੈਲਿਟੀਜ਼, ਟਾਕਸ ਐਂਡ ਡਿਸਕਸ਼ਨਸ, ਰਾਗਾਂ ਤੇ ਆਧਾਰਿਤ ਗੁਰਬਾਣੀ ਦਾ ਰਸ ਭਿੰਨਾ ਕੀਰਤਨ। ਟੈਲੈਂਟਡ ਸਿੱਖਸ ਇਨ ਆਲ ਫੀਲਡਸ ਆਫ ਲਾਈਫ ਵਿਲ ਬੀ ਪ੍ਰੋਜੈਕਟਡ। ਇਸ ਪ੍ਰਯੋਜਨ ਵਿੱਚ ਸਾਡਾ ਕੋਈ ਨਿੱਜੀ ਸਵਾਰਥ ਨਹੀਂ ਹੈ ਤੇ ਨਾ ਹੀ ਕੋਈ ਦਿਖਾਵਾ। ਆਪਣੀ ਕੌਮ ਸਿੱਖ ਪੰਥ ਦੀ ਸੇਵਾ ਹਿੱਤ ਇਹ ਨਿੱਕਾ ਜਿਹਾ ਫਰਜ਼ ਅਦਾ ਕਰਨ ਦਾ ਇੱਕ ਤਰਲਾ ਹੈ।